वाहिगुरु जी का खालसा वाहिगुरु जी की फतेह। गुरु प्यारी गुरु सवारी साध संगत आप जी इस सवेर वाली ऑनलाइन गुरमत क्लास में जुड़ चुके हो। धन सतगुरु श्री गुरु नानक देव महाराज सच्चे पातशाह जी दे आ रहे प्रकाश पुरब ਨੂੰ ਸਮਰਪਿਤ ਆਪਾਂ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਆਰੰਭ ਕੀਤੀ ਹੈ, ਜਿਸ ਵਿੱਚ ਭਾਈ ਗੁਰਦਾਸ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੀਵਨ ਨੂੰ ਬਹੁਤ ਹੀ ਸੁੰਦਰ ਢੰਗ ਦੇ ਨਾਲ ਬਿਆਨ ਕੀਤਾ ਹੈ ਕਿ ਕਿਵੇਂ ਸਤਿਗੁਰਾਂ ਨੇ ਸੰਸਾਰ ਉੱਤੇ ਆਣ ਕੇ ਇਹ ਸੰਸਾਰ ਨੂੰ ਜਿਹੜਾ ਹੈ ਉਹ ਤਾਰਨ ਦਾ ਉਪਰਾਲਾ ਕੀਤਾ। ਧਰਤੀ ਪੁਕਾਰਾਂ ਕਰ ਰਹੀ ਸੀ, ਪਾਪ ਵੱਧ ਗਿਆ ਸੀ, ਪਰ ਜਦੋਂ ਗੁਰੂ ਨਾਨਕ ਸਾਹਿਬ ਆਏ ਉਹਨਾਂ ਨੇ ਇਸ ਧਰਤੀ ਦਾ ਪਾਪ ਚੱਕ ਦਿੱਤਾ, ਧਰਮ ਦਾ ਵਿਸਥਾਰ ਕੀਤਾ, ਨਾਮਦਾਨ ਇਸ਼ਨਾਨ ਦ੍ਰਿੜ ਕਰਵਾਇਆ ਸੰਸਾਰ ਦੇ ਲੋਕਾਂ ਨੂੰ। ਸੋ ਆਪਾਂ ਪਿਛਲੇ ਦਿਨਾਂ ਤੋਂ ਵਿਚਾਰ ਰਹੇ ਹਾਂ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੱਕੇ ਵੱਲ ਨੂੰ ਗਏ ਨੇ। ਇੱਥੇ ਸਤਿਗੁਰਾਂ ਨੇ ਮੱਕੇ ਦੀ ਯਾਤਰਾ ਕੀਤੀ ਹੈ, ਹੱਜ ਕੀਤੀ ਹੈ। ਇੱਥੇ ਫਿਰ ਇਹਨਾਂ ਮੌਲਵੀਆਂ ਮੁਲਾਣਿਆਂ ਦੇ ਨਾਲ ਵਿਚਾਰ ਚਰਚਾ ਹੋਈ ਹੈ। ਸਤਿਗੁਰੂ ਖੜਾਵਾਂ ਆਪਣੀਆਂ ਇਹਨਾਂ ਨੂੰ ਦੇ ਕਰਕੇ ਆਏ ਆ। ਉਪਰੰਤ ਫਿਰ ਸਤਿਗੁਰੂ ਬਗਦਾਦ ਗਏ ਆ। ਬਗਦਾਦ ਦਾ ਇੱਕ ਪੀਰ ਹੈ ਬੜਾ ਮਹਾਨ, ਜਿਸ ਦਾ ਨਾਮ ਪੀਰ ਦਸਤਗੀਰ ਹੈ। ਉਹ ਪੀਰ ਦਸਤਗੀਰ ਦੇ ਨਾਲ ਸਤਿਗੁਰਾਂ ਦੇ ਸਵਾਲ ਜਵਾਬ ਹੁੰਦੇ ਆ, ਸੰਗੀਤ ਦੀ ਮਨਾਹੀ ਤੇ ਸਵਾਲ ਹੁੰਦੇ ਆ। ਫਿਰ ਉਸ ਤੋਂ ਬਾਅਦ ਹੋਰ ਕਈ ਤਰ੍ਹਾਂ ਦੇ ਸਵਾਲ ਉਹ ਪੁੱਛਦਾ ਹੈ। ਤੇ ਇਸ ਬਗਦਾਦ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਫਿਰ ਇਸ ਪੀਰ ਦਸਤਗੀਰ ਨੂੰ ਤੇ ਇਹਦੇ ਚੇਲਿਆਂ ਨੂੰ ਧਰਮ ਦੀ ਰਾਹ ਤੇ ਚਲਾਉਂਦੇ ਆ, ਆਪਣਾ ਉਪਦੇਸ਼ ਸਤਿਗੁਰੂ ਦ੍ਰਿੜ ਕਰਵਾਉਂਦੇ ਆ, ਅਸਲੀ ਮੁਸਲਮਾਨ ਹੋਣ ਦੀ ਗੱਲ ਇਹਨਾਂ ਨੂੰ ਦੱਸਦੇ ਆ। ਉਪਰੰਤ ਅੱਜ ਜੋ ਆਪਾਂ ਵਿਚਾਰਨਾ ਹੈ ਤੇ ਕਿਵੇਂ ਸਤਿਗੁਰਾਂ ਨੇ ਸਾਰੀ ਧਰਤੀ ਨੂੰ ਨੀਵਾਂ ਕਰ ਦਿੱਤਾ। ਸਤਿਗੁਰਾਂ ਨੇ ਇੱਕ ਮੰਤਰ ਦਾ ਜਾਪ ਉਚਾਰਨ ਕੀਤਾ, ਸਤਨਾਮ ਦਾ ਮੰਤਰ ਜਿਹੜਾ ਫਰਾਇਆ ਸੰਸਾਰ ਦੇ ਵਿੱਚ। ਸੰਸਾਰ ਦੇ ਲੋਕਾਂ ਨੂੰ ਸਤਿਗੁਰਾਂ ਨੇ ਸਿੱਧੇ ਰਸਤੇ ਤੇ ਪਾਇਆ ਹੈ। ਕੀ ਢੰਗ ਹੈ ਸਤਿਗੁਰਾਂ ਦਾ, ਕਿਵੇਂ ਸਤਿਗੁਰਾਂ ਨੇ ਸਾਰੇ ਸੰਸਾਰ ਨੂੰ ਪਾਰ ਉਤਾਰਾ ਕੀਤਾ, ਸਾਰੇ ਸੰਸਾਰ ਦਾ ਜਿੱਤ ਲਈ ਹੈ ਸਾਰੀ ਪ੍ਰਿਥਵੀ, ਨੌਖੰਡ ਪ੍ਰਿਥਵੀ, ਸਾਰਾ ਕੁਛ। ਉਹਦੇ ਬਾਰੇ ਭਾਈ ਗੁਰਦਾਸ ਜੀ ਨੇ ਅੱਜ ਦੀ ਇਸ ਪੌੜੀ ਦੇ ਵਿੱਚ ਵਿਸ਼ੇਸ਼ ਤੌਰ ਤੇ ਵਰਣਨ ਕੀਤਾ ਹੈ। ਆਓ ਆਪਾਂ ਇਸ ਪੌੜੀ ਨੂੰ ਵਿਚਾਰਨ ਦਾ ਯਤਨ ਕਰੀਏ। ਮੈਂ ਸਭ ਤੋਂ ਪਹਿਲਾਂ ਆਪ ਜੀ ਨਾਲ ਸਕਰੀਨ ਸ਼ੇਅਰ ਕਰ ਦੇਵਾਂ। ਹਾਂਜੀ ਸਾਧ ਸੰਗਤ, ਆਪ ਜੀ ਦੀ ਸਕਰੀਨ ਉੱਪਰ ਹੈ ਇਹ ਪੌੜੀ ਜੋ ਆਪਾਂ ਅੱਜ ਵਿਚਾਰਨੀ ਹੈ। ਭਾਈ ਗੁਰਦਾਸ ਜੀ ਕਹਿੰਦੇ ਆ, ਗੜ ਬਗਦਾਦ ਨਿਵਾਏ ਕੈ, ਮੱਕਾ ਮਦੀਨਾ ਸਭੇ ਨਿਵਾਇਆ, ਸਿੱਧ 84 ਮੰਡਲੀ, ਖੱਟ ਦਰਸ਼ਨ ਪਾਖੰਡ ਜਣਾਇਆ, ਪਾਤਾਲਾਂ ਆਕਾਸ਼ ਲੱਖ, ਜੀਤੀ ਧਰਤੀ ਜਗਤ ਸਵਾਇਆ, ਜੀਤੀ ਨੌਖੰਡ ਮੇਦਨੀ, ਸਤਨਾਮ ਦਾ ਚੱਕਰ ਫਿਰਾਇਆ, ਦੇਵ ਦਾਨੋ ਰਾਕਸ਼ ਦੈਤ, ਸਭ ਚਿੱਤਰ ਗੁਪਤ, ਸਭ ਪੈਰੀ ਲਾਇਆ, ਵਾਹਿਗੁਰੂ ਸਭ ਚਰਨੀ ਲਾਇਆ, ਇੰਦਰਾਸਣ ਅਪਛਰਾ, ਰਾਗ ਰਾਗਣੀ ਮੰਗਲ ਗਾਇਆ, ਭਇਆ ਆਨੰਦ ਜਗਤ ਵਿੱਚ, ਕਲ ਤਾਰਨ ਗੁਰੂ ਨਾਨਕ ਆਇਆ, ਹਿੰਦੂ ਮੁਸਲਮਾਨ ਨਿਵਾਇਆ। ਕੀ ਬਖਸ਼ਿਸ਼ਾਂ ਭਾਈ ਗੁਰਦਾਸ ਜੀ ਨੇ ਅੱਜ ਦੀ ਇਸ ਪੌੜੀ ਦੇ ਅੰਦਰ ਕੀਤੀਆਂ ਨੇ, ਆਪਾਂ ਵਿਸਥਾਰ ਨਾਲ ਵਿਚਾਰੀਏ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੀ ਇੰਨੀ ਵਡਿਆਈ ਸੰਸਾਰ ਵਿੱਚ ਹੋਈ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੜ ਬਗਦਾਦ ਨੂੰ ਜਿੱਤ ਕੇ ਸਤਿਗੁਰਾਂ ਨੇ, ਜੋ ਬਗਦਾਦ ਹਿੰਦੂਆਂ ਵਾਹਿਗੁਰੂ ਮੁਸਲਮਾਨਾਂ ਦਾ ਗੜ ਹੈ, ਜਿਸ ਜਗ੍ਹਾ ਦੇ ਉੱਤੇ ਬਹੁਤ ਹੀ ਕੱਟੜ ਮੁਸਲਮਾਨ ਵਸਦੇ ਨੇ, ਉਹਨਾਂ ਨੂੰ ਮਹਾਰਾਜ ਨੇ ਜਿੱਤ ਲਿਆ। ਗੜ ਬਗਦਾਦ ਨਿਵਾਏ ਕੇ, ਨਿਵਾ ਦਿੱਤਾ ਆਪਣੇ ਅੱਗੇ, ਨੀਵਾ ਕਰ ਲਿਆ। ਮੱਕਾ ਮਦੀਨਾ ਸਭੇ ਨਿਵਾਇਆ, ਇੱਥੋਂ ਤੱਕ ਮੱਕਾ ਮਦੀਨਾ ਜਿਹੜਾ ਆ ਉਹ ਵੀ ਆਪਣੇ ਅੱਗੇ ਨੀਵਾ ਕਰ ਦਿੱਤਾ। ਭਾਵ ਉੱਥੋਂ ਦੀਆਂ ਸਾਰਿਆਂ ਲੋਕਾਂ ਨੂੰ ਆਪਣੇ ਅੱਗੇ ਸਤਿਗੁਰਾਂ ਨੇ ਝੁਕਾ ਲਿਆ, ਸਾਰਿਆਂ ਆਦਮੀਆਂ ਨੂੰ, ਸਾਰੇ ਮੁਸਲਮਾਨਾਂ ਨੂੰ ਆਪਣੇ ਅੱਗੇ ਨਿਵਾ ਦਿੱਤਾ ਮਹਾਰਾਜ ਨੇ। ਫਿਰ ਸਿੱਧ 84 ਮੰਡਲੀ, ਖੱਟ ਦਰਸ਼ਨ ਪਾਖੰਡ ਜਣਾਇਆ। 84 ਸਿੱਧ ਜਿਹੜੇ ਆ, ਸਿੱਧ 84 ਮੰਡਲੀ, ਜਿਹੜੇ ਸਿੱਧ ਹਨ, ਸਿੱਧਾਂ ਦੀਆਂ 84 ਮੰਡਲੀਆਂ, ਖੱਟ ਦਰਸ਼ਨ, 6 ਸ਼ਾਸਤਰਾਂ ਦੀ ਆਪਾਂ ਪਿੱਛੇ ਗੱਲ ਕਰਕੇ ਆਏ ਹਾਂ। ਤੇ ਉਹ ਜਿਹੜੇ 6 ਸ਼ਾਸਤਰ ਪਾਖੰਡ ਜਣਾਇਆ, ਮਹਾਰਾਜ ਨੇ ਉਹਨਾਂ ਪਖੰਡਾਂ ਨੂੰ ਵੀ ਜਿੱਤ ਲਿਆ।
ਲੋਕੀ 6 ਸ਼ਾਸਤਰਾਂ ਦੀ ਵਿਚਾਰ 'ਚ ਲੱਗੇ ਸਨ। ਕੋਈ ਕਿਸੇ ਤਰ੍ਹਾਂ ਦੇ ਸ਼ਾਸਤਰ ਨੂੰ ਮੰਨਦਾ ਸੀ। ਮਹਾਰਾਜ ਨੇ ਸਾਰਿਆਂ ਨੂੰ ਜਿੱਤ ਲਿਆ, ਸਾਰਿਆਂ ਨੂੰ ਜਿਣਾ ਲਿਆ। ਮਹਾਰਾਜ ਨੇ ਜਿੱਤ ਲਿਆ, ਜਿੱਤ ਪ੍ਰਾਪਤ ਕੀਤੀ ਹੈ। 84 ਸਿੱਧ ਮੰਡਲੀਆਂ ਨੂੰ ਜਿੱਤ ਲਿਆ। ਜਿੰਨੇ ਵੀ ਸਿੱਧ ਸਨ ਉਹਨਾਂ ਨੂੰ ਮਹਾਰਾਜ ਨੇ ਆਪਣੇ ਅੱਗੇ ਨੀਵਾਂ ਕਰ ਲਿਆ, ਝੁਕਾ ਦਿੱਤਾ ਹੈ। ਫਿਰ ਉਸ ਤੋਂ ਬਾਅਦ ਪਾਤਾਲਾਂ ਆਕਾਸ਼ ਲੱਖ, ਜੀਤੀ ਧਰਤੀ ਜਗਤ ਸਵਾਇਆ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਸਿਰਫ ਇਹੋ ਸੰਸਾਰ ਨਹੀਂ, ਲੱਖਾਂ ਹੀ ਪਤਾਲ ਤੇ ਆਕਾਸ਼ ਜਿੱਤ ਲਏ। ਹਰ ਪਾਸੇ ਧੰਨ ਗੁਰੂ ਨਾਨਕ ਹੋਣ ਲੱਗ ਪਈ। ਸਤਿਗੁਰਾਂ ਨੇ ਪਤਾਲ ਆਕਾਸ਼ ਸਾਰਾ ਕੁਝ ਜਿੱਤ ਲਿਆ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਧਰਤੀ ਦਾ ਸਾਰਾ ਹਿੱਸਾ ਜਿੱਤ ਲਿਆ ਹੈ। ਭਾਵ ਸਤਿਗੁਰਾਂ ਨੇ ਸ਼ਬਦ ਦਾ ਹੋਕਾ ਦੇ ਕੇ ਸਾਰੇ ਸੰਸਾਰ ਨੂੰ ਆਪਣੇ ਅੱਗੇ ਨੀਵਾਂ ਕਰ ਲਿਆ, ਝੁਕਾ ਲਿਆ। ਜੀਤੀ ਨੌਖੰਡ ਮੇਦਨੀ, ਸਤ ਨਾਮ ਦਾ ਚੱਕਰ ਫਰਾਇਆ। ਧੰਨ ਗੁਰੂ ਨਾਨਕ ਸਾਹਿਬ ਨੇ 9 ਖੰਡਾਂ ਦੀ ਜਿਹੜੀ ਪ੍ਰਿਥਵੀ ਹੈ ਉਹ 'ਤੇ ਜਿੱਤ ਪ੍ਰਾਪਤ ਕਰ ਲਈ। ਕਿਹਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ? ਸਤਿਨਾਮ ਦਾ ਚੱਕਰ ਫਰਾਇਆ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਤਿਨਾਮ ਦਾ ਚੱਕਰ ਫਰਾਇਆ। ਸੰਸਾਰ ਦੇ ਲੋਕਾਂ ਨੂੰ ਸਤਿਨਾਮ ਦਾ ਉਪਦੇਸ਼ ਦਿੱਤਾ ਹੈ ਕਿ ਭਾਈ ਨਾਮ ਜਪੋ, ਕਿਰਤ ਕਰੋ, ਵੰਡ ਛਕੋ। ਇਹ ਮਹਾਰਾਜ ਨੇ ਉਪਦੇਸ਼ ਦਿੱਤਾ। ਸਾਰੇ ਸੰਸਾਰ ਨੂੰ ਧੰਨ ਗੁਰੂ ਨਾਨਕ ਸਾਹਿਬ ਨੇ ਆਪਣੇ ਅੱਗੇ ਨੀਵਾਂ ਕਰ ਲਿਆ, ਝੁਕਾ ਲਿਆ ਹੈ। ਦੇਵ ਦਾਨੋ ਰਾਖਸ਼ ਦੈਂਤ ਸਭ, ਚਿੱਤਰ ਗੁਪਤ ਸਭ ਚਰਨੀ ਲਾਇਆ। ਸਤਿਗੁਰਾਂ ਨੇ, ਧੰਨ ਗੁਰੂ ਨਾਨਕ ਸਾਹਿਬ ਨੇ ਦੇਵ ਦਾਨੋ ਰਾਖਸ਼ ਦੈਂਤ ਸਭ, ਸਾਧ ਸੰਗਤ ਤੇ ਮਿਸਪ੍ਰਿੰਟ ਹੋਇਆ ਹੈ। ਸਭ ਸ਼ਬਦ ਜਿਹੜਾ ਹੈ ਨਾ ਉਹ ਦੂਸਰੇ ਨੰਬਰ ਵਾਲਾ ਆਪਾਂ ਪੜ੍ਹਨਾ ਹੈ। ਇੱਥੇ ਗਲਤ ਪ੍ਰਿੰਟ ਹੋ ਗਿਆ ਕਿਉਂਕਿ ਟੈਕਨੀਕਲ ਪ੍ਰੋਬਲਮ ਹੋਈ ਹੈ ਐਪ ਦੇ ਵਿੱਚ। ਦੇਵ ਦਾਨੋ ਰਾਖਸ਼ ਦੈਤ ਚਿੱਤਰ ਗੁਪਤ ਸਭ ਚਰਨੀ ਲਾਇਆ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਦੇਵਤੇ, ਦਾਨਵ, ਰਾਖਸ਼, ਕੌਡੇ ਰਾਖਸ਼ ਵਰਗੇ, ਦੈਤ ਤੇ ਚਿੱਤਰਗੁਪਤ ਵਰਗੇ ਸਾਰਿਆਂ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਚਰਨੀ ਲਾ ਲਏ। ਸਾਰੇ ਧੰਨ ਗੁਰੂ ਨਾਨਕ ਸਾਹਿਬ ਦੀ ਵਡਿਆਈ ਸੁਣ ਕੇ ਸਤਿਗੁਰਾਂ ਦੇ ਚਰਨਾਂ 'ਚ ਨਮਸਕਾਰਾਂ ਕਰਨ ਲੱਗ ਗਏ। ਇੰਦਰ ਆਸਣ ਅਪੱਛਰਾ, ਰਾਗ ਰਾਗਣੀ ਮੰਗਲ ਗਾਇਆ। ਇੰਦਰ ਆਸਣ, ਇੰਦਰ ਦੇ ਤਖਤ ਦੇ ਅੱਗੇ ਜਿਹੜੇ ਬੈਠੇ ਹੁੰਦੇ ਆ ਅਪੱਛਰ, ਰੂਪ, ਰਾਗਣੀਆਂ, ਰਾਗ, ਇਹ ਸਾਰੇ ਮੰਗਲ ਤੋਂ ਨਾ ਗੁਰੂ ਨਾਨਕ ਸਾਹਿਬ ਦੀਆਂ ਗਾਉਣ ਲੱਗ ਪਏ। ਅਪੱਛਰਾਂ ਜਿਹੜੀਆਂ ਹੁੰਦੀਆਂ ਉਹ ਇੰਦਰ ਦੇ ਦਰਬਾਰ 'ਚ ਨੱਚਣ ਵਾਲੀਆਂ, ਰਾਗ ਰਾਗਣੀਆਂ ਜਿਹੜੇ ਗਾਉਣ ਵਾਲੇ ਆ, ਇਹ ਸਾਰੇ ਦੇ ਸਾਰੇ ਇੰਦਰ ਆਸਣ ਅਪੱਛਰਾਂ, ਰਾਗ ਰਾਗਣੀ ਮੰਗਲ ਗਾਇਆ। ਭਾਈ ਗੁਰਦਾਸ ਜੀ ਕਹਿੰਦੇ ਇੰਦਰ ਜਿਹੜਾ ਹੈ ਨਾ, ਇੰਦਰ ਦੇਵਤਾ, ਉਹ ਸਮੇਤ ਆਪਣੀਆਂ ਪੱਛਰਾਂ ਦੇ, ਆਪਣੇ ਰਾਗ ਰਾਗਣੀਆਂ ਦੇ ਸਮੇਤ ਗੁਰੂ ਨਾਨਕ ਸਾਹਿਬ ਦੇ ਮੰਗਲ ਗਾਉਣ ਲੱਗ ਪਿਆ। ਉਹਨੇ ਵੀ ਧੰਨ ਗੁਰੂ ਨਾਨਕ ਇਸ ਇੰਦਰ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ। ਸਾਰੀਆਂ ਆਪਣੀਆਂ ਰਾਗਣੀਆਂ ਰਾਗਾਂ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਮੰਗਲ ਗਾਉਣੇ ਸ਼ੁਰੂ ਕੀਤੇ। ਭਇਆ ਆਨੰਦ ਜਗਤ ਵਿੱਚ, ਕੱਲ ਤਾਰਨ ਗੁਰੂ ਨਾਨਕ ਆਇਆ। ਸਾਰੇ ਸੰਸਾਰ ਨੇ ਇਹ ਗੱਲ ਜਾਣ ਲਈ ਕਿ ਜਗਤ ਵਿੱਚ ਉਹਨਾਂ ਆਨੰਦ ਵਾਪਰ ਗਿਆ। ਤੇ ਕਿਵੇਂ ਵਾਪਰਿਆ, ਕਿਉਂ ਵਾਪਰਿਆ? ਕਿਉਂਕਿ ਗੁਰੂ ਨਾਨਕ ਆਇਆ ਹੈ ਕਲਯੁਗ ਨੂੰ ਤਾਰਨ ਵਾਸਤੇ, ਕਲਯੁਗ ਦੇ ਜੀਵਾਂ ਨੂੰ ਤਾਰਨ ਵਾਸਤੇ। ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਸ ਜਗਤ ਨੂੰ ਤਾਰਨਹਾਰ ਹੋ ਕਰਕੇ ਆਏ ਆ। ਸਤਿਗੁਰਾਂ ਨੇ ਇਸ ਸੰਸਾਰ ਨੂੰ ਤਾਰਿਆ, ਇਸ ਸੰਸਾਰ ਦੇ ਲੋਕਾਂ ਨੂੰ ਬਖਸ਼ਿਸ਼ਾਂ ਰਹਿਮਤਾਂ ਕਰਕੇ ਸਤਿਗੁਰਾਂ ਨੇ ਤਾਰਿਆ ਹੈ ਸੰਸਾਰ ਤੇ। ਕਲ ਤਾਰਨ ਗੁਰੂ ਨਾਨਕ ਆਇਆ। ਸੰਸਾਰ ਦੇ ਲੋਕਾਂ ਨੇ ਜਾਣ ਲਿਆ ਕਿ ਕਲਯੁਗ ਦਾ ਤਾਰਨਹਾਰ ਧੰਨ ਗੁਰੂ ਨਾਨਕ ਹੈ। ਹਿੰਦੂ ਮੁਸਲਮਾਨ ਨਿਵਾਇਆ। ਭਾਈ ਗੁਰਦਾਸ ਜੀ ਕਹਿੰਦੇ ਹਿੰਦੂ ਤੇ ਮੁਸਲਮਾਨ ਜਿੰਨੇ ਵੀ ਸਨ ਸਾਰਿਆਂ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਅੱਗੇ ਨੀਵਾਂ ਕਰ ਲਿਆ, ਭਾਵ ਨਿਵਾ ਲਿਆ। ਸਾਰਿਆਂ ਨੂੰ ਆਪਣੇ ਅੱਗੇ ਝੁਕਾ ਲਿਆ ਹੈ ਕਿਉਂਕਿ ਸਤਿਗੁਰਾਂ ਨੇ ਸਾਰਿਆਂ ਦੀ ਜਿੱਤ ਪ੍ਰਾਪਤ ਕਰ ਲਈ ਆ। ਆਪ ਨਹੀਂ ਝੁਕੇ। ਜਿੰਨੇ ਵੀ ਹਿੰਦੂ ਸਨ, ਮੁਸਲਮਾਨ, ਭਾਵੇਂ ਸਿੱਧ ਜੋਗੀ ਸਨ, ਭਾਵੇਂ ਮੁਲਾਣੇ ਸਨ, ਜਿੰਨੇ ਵੀ ਸਨ ਸਾਰੇ ਦੇ ਸਾਰੇ ਧੰਨ ਗੁਰੂ ਨਾਨਕ ਸਾਹਿਬ ਦੇ ਅੱਗੇ ਝੁਕ ਗਏ। ਰਾਗ ਰਾਗਣੀਆਂ ਨੇ ਇੰਦਰਾਂ ਨੇ ਸਾਰੇ ਰਾਗ ਗਾਉਣੇ ਸ਼ੁਰੂ ਕਰ ਦਿੱਤੇ, ਮੰਗਲ ਗਾਉਣੇ ਸ਼ੁਰੂ ਕਰ ਦਿੱਤੇ। ਸਾਰੇ ਦੈਂਤ ਰਾਗ ਸਿੱਖ ਸਤਿਗੁਰਾਂ ਦੀ ਚਰਨੀ ਪੈ ਗਏ।
नौ खंडा की पृथ्वी च सतगुरां ने सतनाम का चक्कर फिराया है। लखां पताल आकाश सारे सतगुरु गुरु नानक साहब सच्चे पातशाह ने जित लए आ। सिद्ध मंडलियां 84 सिद्ध सारा कुछ महाराज ने जित के सतनाम का चक्कर फिराता। महाराज कहते किहड़ियां गल्लां 'च फिरदे जे, ये किसी काम नहीं आना। जे आना है तो परमेश्वर वाहिगुरु का नाम आना है, उस अकाल पुरख का नाम आना है। जे उस वाहिगुरु नूं याद करेंगे तुहाडा कुछ बन जाएगा, नहीं तो संसार तो तुसीं धक्के खाओगे। ये सतगुरां ने उपदेश जिहड़ा है ये भाई गुरदास जी ने दिता है कि गुरु नानक साहब सच्चे पातशाह ने पूरे संसार नूं अपने अगे झुका दिता। तो इस तरह साध संगत जदों असीं गुरबाणी दे विच पढ़दे हां ना, धन श्री गुरु ग्रंथ साहब महाराज के अंदर ते भट्टा ने बड़े सुंदर सवैये सतगुरां ने संबोधन करके दिखे आ। धन गुरु नानक साहब सच्चे पातशाह जी संबोधन करके कहते सृष्टि सगल उतरी नाम ले तरियो निरंतर। कहते सारी सृष्टि गुरु नानक साहब ने तार दी। किवें तारी? एक नाम की बरकत के नाल। एक नाम की बरकत के नाल सतगुरां ने सारी सृष्टि नूं तार लिया। धन धन गुर धन जन्म सकियाथ भलो जग। पट साहिबान कहते धन है गुरु नानक, धन है गुरु नानक का इस जगत के विच इस कलयुग के विच जन्म लैना। सकारता है तेरा सदा संसार सतगुरां दे चरनी लग के जिहड़ा तर गया। पतालपुरी जयकार धुन कब जन कल वखाणे। कहते इत्थे नहीं पताल पतालों के विच कईयां लोकां दे विच धन गुरु नानक साहब की जय जयकार होने लग गई। जो भाई गुरदास जी कहते पतालां आकाश सारे जित ले महाराज ने। नौ खंड पृथ्वी कहते पतालों के विच आकाशां दे विच धन गुरु नानक साहब जी की आवाज़ गूंजन लग पई। कब जन कल वखाणे हर नाम रसिक नानक गुर राज योग तै माने। धन हन गुरु नानक साहब महाराज जिन्हां ने संसार दे उत्ते राज योग माणे, जिन्हां ने सारे संसार नूं अपने अगे झुका दिता। सारा संसार धन गुरु नानक सच्चे पातशाह जी के चरनी पिया। ऐसी सतगुरां ने रहमत ऐसी मेहर इस संसार के उत्ते कीती है। सो सतगुरां दा जदों साध संगत आपां जीवन पढ़ते हैं धन गुरु नानक साहब जी का, तो बड़ियां सुंदर साखियां जिहड़ियां वो सानूं सुन च आउंदियां जदों असीं सतगुरां दे जीवन दे उत्ते झात मारते हैं। धन गुरु नानक साहब सच्चे पातशाह जी के जीवन के उत्ते कि पिछले दिनों च आप जी ने एक साखी श्रवण की जदों आपां साध संगत भाई गुरदास जी की 11वीं वार विचार रहे सन, जो जिद सिखा का जिक्र है कि भाई भगीरथ जी का जिक्र आया तो उस समय आप विचारिया कि किवें भाई भगीरथ परमेश्वर की भगती में लगे हैं। माता देवी की भगती करते हैं, दिन रात उस देवी की आराधना करते हैं, पर देवी जी उन्होंने मिलती नहीं, प्राप्त नहीं होंगी। एक दिन ऐसा होता वो देवी प्रगट होंगी है तो देवी कहती है कि की गल है भगता मंग की मंगता। तो भाई भगीरथ कहता मुक्ति चाहिए है। तो देवी अगे कहती है कि मुक्ति की दात इस तरह तेन प्राप्त नहीं होनी, मुक्ति की दात मेरे को नहीं है। भाई भगीरथ कहता मुक्ति तेरे को माता, तेरे को मुक्ति कितना लगी रह गई, तू तो संसार नूं तारना आ रहा, तू क्यों नहीं तारदी संसार नूं, तू मैनूं मुक्ति क्यों नहीं दे सकदी। उन्हें कहा भगीरथ जो भी कुछ संसार का मंगना ही मंग लै तेनों मिल जाएगा, पर मुक्ति नहीं तेनों मैं दे सकती। वो कहता मैं मुक्ति लैनी, मैं कित्थे जावां। फिर उस देवी ने आख्या, वो कहती जे तू मुक्त होना चाहना है तो तू इंज कर, गुरु नानक साहब तेरे तो नेड़े ही सुल्तानपुर लोधी की धरती से बैठे आ, तो तू उत्थे चला जा तो तेन मुक्ति मिल जाएगी। ये फिर भाई भगीरथ इत्थे आया, गुरु नानक साहब के चरणों च लगा, तो इत्थे फिर इस भाई भगीरथ का मन शांत होया शब्द की आवाज़ सुन के। कहण तो भाव जिहड़ी मुक्ति पिछले जन्मां दे विच लोकां ने तप कीते, बड़े घालना घालते सन, बड़ा मुक्त होने वास्ते जोर लाउंदे सन, उन्हां नूं मुक्ति उन्हां नूं वो चीज़ प्राप्त नहीं सी हुंदी जिहड़े वास्ते वो इन्ना कुछ करते सी। पर जदों गुरु नानक साहब जी का जन्म इस संसार के उत्ते होया ना, धन गुरु नानक साहब ने जो जगत जरते नूं उपदेश दिता कि समुचा संसार सतगुरां दे चरण लग के तर गया है। सारा संसार नाम का चक्कर सतगुरां ने फिरा दिता। महाराज कहते सतनाम वाहिगुरू जपो जीवन की कल्याण हो जाएगी, पर जपना किवें आ, प्यार दे नाल, हठ योग दे नाल नहीं, प्यार दे नाल जपो। उस अकाल पुरख परमेश्वर वाहिगुरू, उस अकाल पुरख वाहिगुरू इस तरह जपो कि तुहाडा जीवन जिहड़ा सफला हो जाए, प्यार दे नाल उस वाहिगुरू नूं जपो। इसे करके तो गुरु अर्जन देव महाराज जी भी लिखते ना
कि एक मन पुरख ध्याए परदाता, एक मन के नाल उस परमेश्वर वाहिगुरू नूं ध्याओ। संत सहार सदा विखियाता, जिहड़ा संतां दा सहारा है, ते विखियाता जिहड़ा हाजर नाजिर है। तास चरण लै हृदय वसाऊं, उस परमेश्वर के चरण हृदय लैके वसाऊं। फिर किवें? तो परम गुरु नानक गुण गाओ। तो सब तो पहलों धन गुरु नानक साहब महाराज दे मैं गुण गाउणा। ये गुरु अर्जन देव महाराज कहते गुरु नानक साहब दे गुण गाओ जे संसार दे विच आओ आए हो। गावो गुण परम गुरु सुख सागर, दुरत निवारण शब्द सरे। सुखां दा सागर है धन गुरु नानक साहब सच्चे पातशाह, जिन्हां दे दर्शन करन दे नाल शब्द दे नाल सारे तरह के पाप नाश हो जाते हैं। ऐसे हैं धन गुरु नानक साहब महाराज सच्चे पातशाह। सो बड़ा सतगुरां ने धन गुरु नानक साहब ने संसार के लोगों को बड़ियां रहमतां बड़ियां बख्शिशां सतगुरां ने कीतियां। भाई गुरदास जी कहते हैं कि सतगुरां ने गढ़ बगदाद निवा दिता, सारी पृथ्वी सतगुरां ने जित्ती दिती। जिथों तक सतगुरां की पहुँच गई, जिथों तक संसार के लोग पहुँचे सन, उत्थों तक सतगुरां ने धन गुरु नानक साहब सच्चे पातशाह ने सतनाम का चक्कर फराता। लोग किहड़ियां कर्मकांडां 'च फसे सन, आपां नूं पता पिछलियां पौड़ियां दे विच पढ़ के आए हैं। कोई 6 शास्त्रां दी विचार नूं मन्नी जांदा सी, कोई कहंदा रब बाहर है, कोई कहंदा अंदर है, वो कह तो सब बाहर भारत, वो कह तो सब मईयो। इस तरह लोग लगे सन, कोई बाहर मनदा सी, कोई अंदर मनदा सी, कोई कहंदा मैं ही रब है, कोई कहंदा योग शास्त्र दे विच ही रब है। इन्ना कुछ संसार के उत्ते वापर रहा सी। पर जदों गुरु नानक साहब संसार ते आए आ ते धन गुरु नानक साहब ने कहा परमेश्वर की प्रेमा भगती करो। उस अकाल पुरख नूं प्रेम के नाल पाया जा सकता है। उस वाहिगुरू नूं जे उस वाहिगुरू की प्रेम के नाल भगती करोगे, उस परमेश्वर की अकाल पुरख की, तो तुहानूं वो अकाल पुरख की प्राप्ति हो जाएगी। ये सतगुरु धन गुरु नानक साहब सच्चे पातशाह ने संसार के लोगों को उपदेश दिता। ये बख्शिशां रहमतां गुरु नानक साहब ने संसार के लोगों उत्ते कीतियां। सो साध संगत धन गुरु नानक साहब सच्चे पातशाह जी ने जो अज भाई गुरदास जी ने पौड़ी दर्शाई है ना कि गढ़ बगदाद निवाए के, गुरु नानक साहब ने बगदाद गढ़ सारा कुछ निभा के मक्के मदीने आदि जित लिया है। फिर उस तो बाद सतगुरां ने 84 सिद्ध मंडली उपदेश सतगुरां ने दिता है, सारिਆਂ ਨੂੰ ਜਿੱਤ लिया। फिर उस तो बाद पताल आकाश आपां नूं ते इन्ना ही पता ना गुरु नानक साहब बस इत्थे इत्थे गए, पर भाई गुरदास जी कहते पताल आकाश पता नहीं कितों तक सतगुरां ने जगत में जितया। जीती पाताला आकाश लग, जीती धरती जगत समाया, सारा जगत गुरु नानक साहब ने जित लिया। सारी धरती सतगुरु गुरु नानक साहब ने जित ली। हर पासे गुरु नानक साहब जी का गुणगान होने लग पिया है। 9 खंडां की पृथ्वी किवें जित्ती है? सतनाम का चक्कर फिरा के, वाहिगुरू का अकाल पुरख का नाम जपा के, सतनाम कह के सतगुरां ने उपदेश दिता। भाई उस परमेश्वर का सच्चे का नाम जपो, तुहाडा जीवन सवर जाएगा। देवते दानव राक्षस दैत चित्रगुप्त वर्गे सारे सतगुरां ने चरनी ला लए। हर कोई गुरु नानक साहब सच्चे पातशाह के चरनी लगा। इंद्र आशना पछना राग रागणी मंगल गाया। इंद्र देवता उदियां पछरावां राग रागणी सारे गुरु नानक साहब के मंगल गा रहे हैं। पाया आनंद जगत विच, उही जगत है जिन्हों जिहदी गल पिछलियां पौड़ियां भाई गुरदास जी कहते सी कि कलमल होई मेदनी अरदास करे लिवलाए, कि जगत जिहड़ा है धरती जिहड़ी रो रही है, कुरला रही है कि परमेश्वर मैनूं आसरा दे, मैनूं सहारा दे। ते हुण वेखो ही भाई गुरदास जी इत्थे लिख रहे कि पाया आनंद जगत विच, जगत विच कि उही जगत आ जिस जगत दे विच इन्ना बुरा हाल सी ते उही जगत च आनंद वापर गया। घर घर दे विच बाबे नूं गाया गाउणा शुरू कर दिता। हर जगह के उत्ते धन गुरु नानक सतनाम वाहिगुरू दी आवाज़ां आउण लग पईआं। हिंदू मुसलमान ने आया। भाई गुरदास जी कहते हिंदू मुसलमान जिन्ने भी सारे सन, इन्हां सारिਆਂ ਨੂੰ धन गुरु नानक साहब सच्चे पातशाह जी ने अपने अगे झुका लिया। सारिਆਂ ਨੂੰ उपदेश दिता कि भाई नाम जपो, किरत करो ते वंड छको। तुहाडे जीवन दे विच ਇਹੋ ਕੁਝ ਵਾਪਰਨ ਦੇ ਨਾਲ ਹੀ ਤੁਹਾਡਾ ਜੀਵਨ ਸਫਲਾ ਹੋ ਸਕਦਾ ਹੈ। ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਪਦੇਸ਼ ਜਿਹੜਾ ਹੈ ਉਹ ਸਾਰੇ ਸੰਸਾਰ ਦੇ ਲੋਕਾਂ ਨੂੰ ਦਿੱਤਾ। ਸੋ ਸਾਧ ਸੰਗਤ ਕੱਲ੍ਹ ਨੂੰ ਜਿਹੜੀ ਹੈ ਵਾਰਤਾ ਉਹ ਕਰਤਾਰਪੁਰ ਦੀ ਆਏਗੀ। ਤੇ ਪਿਛਲੇ ਦਿਨਾਂ ਦੇ ਵਿੱਚ ਕਰਤਾਰਪੁਰ ਜਿਹੜਾ ਹੈ ਉਹ ਕੋਰੀਡੋਰ ਖੁੱਲ੍ਹਾ ਸੀ, ਸੰਗਤਾਂ ਦਰਸ਼ਨ ਕਰਨ ਜਾਂਦੀਆਂ। ਉਹ ਆਪਾਂ ਸਾਰਾ ਇਤਿਹਾਸ ਵਾਚਣਾ ਹੈ।
ਕਿ ਕਿਵੇਂ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਰਤਾਰਪੁਰ ਵਸਾਇਆ, ਕੀ ਕਾਰਨ ਬਣੇ, ਕੀ ਹਾਲਾਤ ਬਣੇ, ਕੀ ਉਹਦੇ ਪਿੱਛੇ ਸਾਖੀ ਹੈ। ਉਹ ਆਪਾਂ ਸਾਰੀ ਵਿਚਾਰ ਕੇ ਫਿਰ ਕਰਤਾਰਪੁਰੇ ਦੀ ਜਿਹੜੀ ਪੌੜੀ ਹੈ ਆਈ, ਗੁਰੂ ਨਾਨਕ ਸਾਹਿਬ ਫਿਰ ਉਦਾਸੀ ਤੋਂ ਬਾਅਦ ਕਰਤਾਰਪੁਰ ਦੀ ਧਰਤੀ ਤੇ ਜਾਂਦੇ ਆ, ਕਿਵੇਂ ਸਤਿਗੁਰਾਂ ਨੇ ਕਰਤਾਰਪੁਰ ਵਸਾਇਆ, ਉਹ ਸਾਰੀ ਵਿਥਿਆ ਜਿਹੜੀ ਹੈ, ਕੀ ਮਰਿਆਦਾ ਬੰਨੀ, ਕਿਵੇਂ ਸਿੱਖ ਧਰਮ ਦੀ ਨੀਂਹ ਜਿਹੜੀ ਪੱਕੀ ਕੀਤੀ ਹੈ, ਉਹ ਆਪਾਂ ਕੱਲ੍ਹ ਦੀ ਪੌੜੀ ਦੇ ਵਿੱਚ ਵਿਚਾਰਨੀ ਹੈ। ਕਿਉਂਕਿ ਸਾਧ ਸੰਗਤ ਮੈਂ ਸੋਚਿਆ ਸੀ ਕਿ ਅੱਜ 2 ਪੌੜੀਆਂ ਦੀ ਵਿਚਾਰ ਹੋ ਜਾਵੇਗੀ, ਪਰ ਉਹ ਇਤਿਹਾਸ ਲੰਬੇਰਾ ਹੋ ਜਾਣਾ ਹੈ ਤੇ ਸਮਾਂ ਫਿਰ ਵਧੀਕ ਹੋ ਜਾਣਾ। ਇਸ ਕਰਕੇ ਸੋਚਿਆ ਕਿ ਚਲੋ ਅੱਜ ਇਹ ਸਤਿਗੁਰਾਂ ਨੇ ਜੋ ਸਾਰੇ ਭਰਮਣ ਕੀਤਾ ਹੈ, ਇਹ 3 ਉਦਾਸੀਆਂ ਦਾ ਜ਼ਿਕਰ ਇੱਥੋਂ ਤੱਕ ਹੋ ਗਿਆ ਹੈ। ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਿਹੜਾ ਹੈ ਕਰਤਾਰਪੁਰ ਨਗਰ ਵਸਾਉਂਦੇ ਆ। ਫਿਰ ਉਸ ਤੋਂ ਬਾਅਦ ਆਪਣੀ ਅਖੀਰਲੀ ਉਦਾਸੀ ਕਰਨ ਵਾਸਤੇ ਕਰਤਾਰਪੁਰ ਤੋਂ ਨਿਕਲਦੇ ਆ। ਉਹ ਕਿਵੇਂ ਕਿਵੇਂ ਵਾਰਤਾ ਚੱਲੇਗੀ, ਕਿਵੇਂ ਕਿਵੇਂ ਭਾਈ ਗੁਰਦਾਸ ਦੱਸਣਗੇ, ਉਹ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਕੱਲ੍ਹ ਨੂੰ ਕਰਤਾਰਪੁਰ ਸਾਹਿਬ ਦਾ ਇਤਿਹਾਸ ਜਿਹੜਾ ਉਹ ਆਪਾਂ ਵਿਚਾਰਨਾ ਹੈ। ਸੋ ਇੱਥੇ ਹੀ ਆਪਣੀ ਇਸ ਕਲਾਸ ਦੀ ਸਮਾਪਤੀ ਹੈ ਕਿ ਸਤਿਗੁਰਾਂ ਨੇ, ਧੰਨ ਗੁਰੂ ਨਾਨਕ ਸਾਹਿਬ ਨੇ ਹਰ ਪਾਸੇ ਸਤਿਨਾਮ ਦਾ ਚੱਕਰ ਕਰਾ ਕੇ ਸੰਸਾਰ ਦੇ ਲੋਕਾਂ ਨੂੰ ਇਹ ਉਪਦੇਸ਼ ਦਿੱਤਾ ਕਿ ਭਾਈ ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਤੁਹਾਡਾ ਜੀਵਨ ਸਫਲਾ ਹੋਵੇ। ਸਤਿਗੁਰਾਂ ਨੇ ਸ਼ਬਦ ਦਾ ਉਲਟ ਆਸਰਾ ਲੈ ਕੇ ਸਾਰਿਆਂ ਨੂੰ ਜਿੱਤਿਆ ਤੇ ਸਾਰਿਆਂ ਦੇ ਅੰਦਰ ਧਰਮ ਦੀ ਕਿਰਤ, ਨਾਮ ਤੇ ਦਾਨ ਇਸ਼ਨਾਨ ਦਾ ਜਿਹੜਾ ਵਰਣਨ ਕੀਤਾ। ਸੋ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰ ਲਈਆਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਇੱਥੇ ਹੀ ਸਮਾਪਤੀ ਹੈ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।